ਸਥਾਨਕ ਸਰਕਾਰਾਂ, ਨਗਰ ਕੌਂਸਲ, ਨਗਰ ਨਿਗਮ ਤੇ ਨਗਰ ਪੰਚਾਇਤਾਂ ਨੂੰ ਮਜ਼ਬੂਤ ਕਰਨ ਵਾਸਤੇ ਤੇ ਸ਼ਕਤੀਆਂ ਦੇ ਵਿਕੇਂਦਰੀਕਰਨ ਕਰਨ ਲਈ ਸੰਵਿਧਾਨ 'ਚ 74ਵੀਂ ਸੋਧ ਕੀਤੀ ਗਈ। ਡੰਡੀ ਇਸ ਦਾ ਇੱਕੋ ਇੱਕ ਮਕਸਦ ਇਹੀ ਸੀ ਕਿ ਸਥਾਨਕ ਸਰਕਾਰਾਂ ਨੂੰ ਲੋਕਤੰਤਰੀ ਤਰੀਕੇ ਨਾਲ ਚਲਾ ਕੇ ਆਮ ਜਨਤਾ ਦੀ ਸ਼ਹਿਰ ਕਸਬੇ ਦੇ ਵਿਕਾਸ ਵਿੱਚ ਹਿੱਸੇਦਾਰੀ ਤੈਅ ਕੀਤੀ ਜਾਵੇ। ਪਰ ਹੌਲੀ ਹੌਲੀ ਸਥਾਨਕ ਸਰਕਾਰਾਂ ਦਾ ਢਾਂਚਾ ਪਹਿਲਾਂ ਵਾਂਗ ਹੀ ਸੂਬਾ ਸਰਕਾਰਾਂ ਦੇ ਤੇ ਸਿਆਸੀ ਰਣਨੀਤੀਆਂ 'ਚ ਉਲਝ ਕੇ ਰਹਿ ਗਿਆ। ਡੰਡੀ ਪੰਜਾਬ 'ਚ 109 ਨਗਰ ਕੌਂਸਲਾਂ, ਨਗਰ ਪੰਚਾਇਤਾਂ ਤੇ 8 ਨਗਰ ਨਿਗਮਾਂ ਦੀਆਂ ਚੋਣਾਂ ਹੋਏ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਗੁਜ਼ਰ ਗਿਆ ਹੈ, ਪਰ ਅਜੇ ਤੱਕ ਨਾ ਤਾਂ ਸਥਾਨਕ ਸਰਕਾਰਾਂ ਮਹਿਕਮੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਨਾ ਹੀ ਪ੍ਰਧਾਨ ਲਾਏ ਗਏ ਹਨ। ਡੰਡੀ ਪਿਛਲੇ 1 ਸਾਲ ਤੋਂ ਇਹ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਭੰਗ ਸਨ। ਡੰਡੀ ਪੂਰੀ ਦੁਨੀਆ 'ਚ ਇੰਨੇ ਦਿਨੀਂ ਕਰੋਨਾ ਦਾ ਟੀਕਾਕਰਨ ਜਾਰੀ ਹੈ। ਡੰਡੀ ਹਾਲਾਂਕਿ ਇਸ ਦੁਨੀਆ 'ਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਨੂੰ ਇਹ ਟੀਕਾ ਮੁਹੱਈਆ ਹੋਣ 'ਚ ਹਾਲੇ ਸਾਲਾਂ ਲੱਗ ਜਾਣਗੇ। ਡੰਡੀ ਪਿਛਲੇ ਸਾਲ ਇੰਨੇ ਦਿਨੀਂ ਦੁਨੀਆ ਦੇ ਅਸਮਾਨ 'ਚ ਕੋਵਿਡ-19 ਦੀ ਗੂੰਜ ਸੀ। ਡੰਡੀ ਸਮਾਂ ਤੇਜ਼ੀ ਨਾਲ ਅੱਗੇ ਵੱਧ ਗਿਆ ਪਰ ਕਰੋਨਾ ਨੂੰ ਪਿੱਛੇ ਨਹੀਂ ਧੱਕ ਸਕਿਆ। ਡੰਡੀ ਇੱਕ ਵਾਰ ਫਿਰ ਕਰੋਨਾ ਦੀ ਨਵੀਂ ਲਹਿਰ ਕਹਿਰ ਬਣ ਕੇ ਟੁੱਟੀ ਹੈ। ਡੰਡੀ ਕਰੋਨਾ ਦੀ ਉੱਠਦੀ ਲਹਿਰ ਦੇ ਪਿੱਛੇ ਵੱਡਾ ਕਾਰਨ ਕੀ ਹੈ, ਇਹ ਪੜਤਾਲ ਦਾ ਵਿਸ਼ਾ ਹੈ, ਪਰ ਪਾਬੰਦੀਆਂ ਘਟਣ ਅਤੇ ਲੋਕਾਂ ਦੀ ਲਾਪਰਵਾਹੀ ਨੇ ਮਾਮਲੇ 'ਚ ਇਜ਼ਾਫਾ ਜ਼ਰੂਰ ਕੀਤਾ ਹੈ। ਡੰਡੀ ਦੁਨੀਆ ਪਹਿਲਾਂ ਵੀ ਕਰੋਨਾ ਸੰਬੰਧੀ ਤਿਆਰ ਨਹੀਂ ਸੀ ਅਤੇ ਹੁਣ ਇਸ ਪ੍ਰਤੀ ਉਦਾਸੀਨਤਾ ਦੇ ਚੱਲਦਿਆਂ ਘੁੰਮਣ ਘੇਰੀ 'ਚ ਉਲਝਦੀ ਜਾ ਰਹੀ ਹੈ। ਡੰਡੀ ਭਾਰਤ 'ਚ ਲਗਭਗ 3 ਮਹੀਨਿਆਂ ਬਾਅਦ ਬੀਤੇ 24 ਘੰਟਿਆਂ 'ਚ 25,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 161 ਮੌਤਾਂ ਦਰਜ ਕੀਤੀਆਂ ਗਈਆਂ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ ਦੇਖੀਆਂ ਜਾ ਸਕਦੀਆਂ ਹਨ। ਡੰਡੀ ਅਜਿਹੇ 'ਚ ਵਾਧੂ ਇਹਤਿਆਤੀ ਕਦਮ ਚੁੱਕਣੇ ਜ਼ਰੂਰੀ ਹੋ ਗਿਆ ਹੈ। ਡੰਡੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ 24 ਘੰਟਿਆਂ 'ਚ ਜੋ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ 77% ਤਾਂ ਸਿਰਫ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਤੋਂ ਹਨ। ਡੰਡੀ ਇਸ ਤੋਂ ਇਲਾਵਾ ਅੱਧਾ ਦਰਜਨ ਅਜਿਹੇ ਰਾਜ ਹਨ ਜਿੱਥੇ ਕਰੋਨਾ ਲਛਮਣ ਰੇਖਾ ਪਾਰ ਕਰ ਗਿਆ ਹੈ। ਡੰਡੀ ਕਰਨਾਟਕ, ਗੁਜਰਾਤ, ਤਮਿਲਨਾਡੂ, ਮੱਧ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਇਸ ਵਿੱਚ ਸ਼ਾਮਲ ਹਨ। ਡੰਡੀ
ਮੌਜੂਦਾ ਸਮੇਂ 'ਚ ਦੁਨੀਆ 'ਚ 12 ਕਰੋੜ ਤੋਂ ਜ਼ਿਆਦਾ ਲੋਕ ਕੋਵਿਡ-19 ਤੋਂ ਪੀੜਤ ਹਨ ਅਤੇ ਲੱਖਾਂ ਦੀ ਗਿਣਤੀ 'ਚ ਮੌਤਾਂ ਹੋ ਚੁੱਕੀਆਂ ਹਨ। ਡੰਡੀ ਇੱਕ ਵਾਰ ਫਿਰ ਕਰੋਨਾ ਕਦਮ ਵਧਾ ਚੁੱਕਾ ਹੈ। ਡੰਡੀ ਖਾਸ ਇਹ ਵੀ ਹੈ ਕਿ ਜਿਨ੍ਹਾਂ ਰਾਜਾਂ 'ਚ ਕਰੋਨਾ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ ਉਹਨਾਂ 'ਚ ਜ਼ਿਆਦਾਤਰ ਅਜਿਹੇ ਹਨ ਜੋ ਪਹਿਲੀ ਅਤੇ ਦੂਜੀ ਲਹਿਰ ਦਾ ਸਾਹਮਣਾ ਕਰ ਚੁੱਕੇ ਹਨ। ਡੰਡੀ ਜ਼ਾਹਰ ਹੈ ਕਿ ਉਹ ਤੀਜੀ ਲਹਿਰ 'ਚ ਉਲਝ ਰਹੇ ਹਨ। ਡੰਡੀ ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ 'ਚ ਆਵਾਜਾਈ ਸੰਬੰਧੀ ਕੋਈ ਪਾਬੰਦੀ ਨਹੀਂ ਹੈ। ਅਜਿਹੇ 'ਚ ਇੱਕ ਵਾਰ ਫਿਰ ਕਰੋਨਾ ਵੱਧ ਸਕਦਾ ਹੈ ਕਿਉਂਕਿ ਕਰੋਨਾ ਖੇਤਰ ਵਿਸ਼ੇਸ਼ ਤੋਂ ਦੂਜੇ ਖੇਤਰ 'ਚ ਆਸਾਨੀ ਨਾਲ ਲਿਆਂਦਾ ਜਾ ਸਕਦਾ ਹੈ। ਡੰਡੀ ਪਿਛਲੇ ਸਾਲ ਦੇਸ਼ 'ਚ ਦੀਵਾਲੀ ਤੋਂ ਬਾਅਦ ਕਰੋਨਾ ਇੱਕ ਵਾਰ ਤੇਜ਼ੀ ਨਾਲ ਵਧਿਆ ਸੀ। ਹੁਣ ਇਸ ਸਾਲ ਹੋਲੀ ਤੋਂ ਪਹਿਲਾਂ ਫਿਰ ਤੇਜ਼ੀ ਫੜੇ ਹੋਏ ਹੈ। ਹਾਲਾਂਕਿ ਸਥਿਤੀ ਨੂੰ ਦੇਖਦਿਆਂ ਕੁਝ ਰਾਜ ਪਾਬੰਦੀਆਂ ਲਾ ਰਹੇ ਹਨ ਪਰ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਭਾਰਤ ਇੰਨੀ ਦਿਨੀਂ ਯੂਰਪ ਵਾਂਗ ਦੂਜੀ ਲਹਿਰ ਨਾਲ ਘਿਰਿਆ ਹੈ। ਅਜਿਹੇ 'ਚ ਕੇਂਦਰ ਕਦੇ ਵੀ ਠੋਸ ਕਦਮ ਚੁੱਕ ਸਕਦਾ ਹੈ। ਡੰਡੀ ਜ਼ਿਕਰਯੋਗ ਹੈ ਕਿ ਸਤੰਬਰ 2020 'ਚ ਸੰਕਰਮਣ ਸਿਖਰ 'ਤੇ ਸੀ। ਉਸ ਤੋਂ ਬਾਅਦ ਕਈ ਰਾਜਾਂ 'ਚ ਹਾਰਡ ਇਮਿਊਨਿਟੀ ਪੈਦਾ ਹੋ ਗਈ ਸੀ। ਹੁਣ ਇਹ ਸ਼ਾਇਦ ਖਤਮ ਹੋ ਰਹੀ ਹੈ ਤਾਂ ਕਰੋਨਾ ਵੱਧ ਰਿਹਾ ਹੈ। ਡੰਡੀ ਤਾਜ਼ਾ ਅੰਕੜੇ ਇਹ ਦੱਸ ਰਹੇ ਹਨ ਕਿ ਭਾਰਤ ਦੇ 11 ਸੂਬਿਆਂ 'ਚ ਕੁੱਲ 93% ਮਾਮਲੇ ਹਨ। ਪਹਿਲਾਂ ਦੇ ਮੁਕਾਬਲੇ ਤੰਦਰੁਸਤ ਹੋਣ ਦੀ ਦਰ 'ਚ ਮਾਮੂਲੀ ਹੀ ਸਹੀ ਪਰ ਗਿਰਾਵਟ ਦਰਜ ਹੋਈ ਹੈ। ਡੰਡੀ ਉਕਤ ਤਮਾਮ ਗੱਲਾਂ ਚਿੰਤਾ ਨੂੰ ਵਧਾ ਰਹੀਆਂ ਹਨ। ਡੰਡੀ ਸਵਾਲ ਇਹ ਵੀ ਹੈ ਕਿ ਕਰੋਨਾ ਵੈਕਸੀਨ ਦਾ ਕੰਮ ਜ਼ੋਰਾਂ 'ਤੇ ਹੈ ਅਤੇ ਭਾਰਤ 'ਚ ਵੀ 2.5 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਪਰ ਹਾਲਤ ਫਿਰ ਇੱਕ ਵਾਰ ਬੇਕਾਬੂ ਹੋ ਰਹੇ ਹਨ। ਡੰਡੀ ਆਖਰਕਾਰ ਇਸ ਦਾ ਹੱਲ ਕਿੱਥੇ ਹੈ ਅਤੇ ਕਿਸ ਪੈਮਾਨੇ 'ਤੇ ਹੈ? ਡੰਡੀ ਮੂੰਹ 'ਤੇ ਮਾਸਕ ਅਤੇ 2 ਗਜ਼ ਦੀ ਦੂਰੀ ਦਾ ਇਹ ਫਾਰਮੂਲਾ ਕਦੋਂ ਦਾ ਟੁੱਟ ਚੁੱਕਾ ਹੈ? ਡੰਡੀ ਇੱਕ ਖਾਸ ਗੱਲ ਇਹ ਵੀ ਹੈ ਕਿ ਟੀਕਾ ਲਗਵਾਉਂਦੇ ਸਮੇਂ ਵੀ ਇਸ ਫਾਰਮੂਲੇ ਦਾ ਪਾਲਣ ਨਹੀਂ ਹੁੰਦਾ ਦੇਖਿਆ ਜਾ ਰਿਹਾ। ਡੰਡੀ ਦੇਖਿਆ ਜਾਵੇ ਤਾਂ ਟੀਕਾਕਰਨ ਮੰਨੋ ਇੱਕ ਸੈਲਫੀ ਦਾ ਖੂਬਸੂਰਤ ਪਲ ਬਣ ਗਿਆ ਹੈ। ਡੰਡੀ ਬ੍ਰਾਜ਼ੀਲ 'ਚ ਇੱਕ ਵਾਰ ਫਿਰ ਕਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਡੰਡੀ ਇੱਥੇ ਤਾਂ ਰੋਜ਼ਾਨਾ 70,000 ਤੋਂ ਜ਼ਿਆਦਾ ਮਰੀਜ਼ ਅਤੇ 2,000 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਡੰਡੀ ਪਹਿਲਾਂ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪੀੜਤ ਲੋਕਾਂ ਦੀ ਗਿਣਤੀ ਭਾਰਤ ਵਿੱਚ ਸੀ। ਹੁਣ ਇਹ ਰਿਕਾਰਡ ਬ੍ਰਾਜ਼ੀਲ 'ਚ ਦਰਜ ਹੋ ਗਿਆ ਹੈ।
ਡੰਡੀ। ਉੱਥੇ ਕਰੋਨਾ ਪੀੜਤ ਮਰੀਜ਼ਾਂ ਦੇ ਅੰਕੜਿਆਂ 'ਚ ਅਮਰੀਕਾ ਹੁਣ ਵੀ ਪਹਿਲੇ ਸਥਾਨ 'ਤੇ ਹੈ। ਡੰਡੀ। ਇੱਥੇ ਲਗਭਗ 3 ਕਰੋੜ ਲੋਕ ਇਸ ਦੀ ਚਪੇਟ 'ਚ ਆ ਚੁੱਕੇ ਹਨ, ਜਦੋਂ ਕਿ ਤੀਜੇ ਨੰਬਰ 'ਤੇ ਖੜ੍ਹੇ ਭਾਰਤ 'ਚ ਇਹ ਅੰਕੜਾ 1 ਕਰੋੜ 14 ਲੱਖ ਦੇ ਆਸ-ਪਾਸ ਹੈ। ਡੰਡੀ। ਇੰਨੇ ਦਿਨੀਂ 3 ਦੇਸ਼ਾਂ 'ਚ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਕਰੋਨਾ ਮਰੀਜ਼ ਹਨ। ਡੰਡੀ। ਇਸ ਤੋਂ ਬਾਅਦ ਰੂਸ, ਇੰਗਲੈਂਡ ਆਉਂਦੇ ਹਨ। ਡੰਡੀ। ਫਰਾਂਸ, ਸਪੇਨ, ਇਟਲੀ, ਤੁਰਕੀ, ਜਰਮਨ ਆਦਿ 'ਚ ਵੀ ਜ਼ਿਆਦਾ ਮਾਮਲੇ ਮਿਲ ਚੁੱਕੇ ਹਨ। ਡੰਡੀ। ਕੋਵਿਡ-19 ਦੇ ਟੀਕਾਕਰਨ ਸੰਬੰਧੀ 12 ਮਾਰਚ 2021 ਨੂੰ ਹੋਏ ਕਵਾਡ ਸੰਮੇਲਨ 'ਚ ਵੀ ਇਕਜੁੱਟਤਾ ਦਿਖਾਈ ਗਈ। ਡੰਡੀ। ਹਾਲਾਂਕਿ ਚੀਨ ਹਾਲ ਹੀ 'ਚ ਹੋਈ ਬੈਠਕ ਤੋਂ ਕਾਫੀ ਚਿੰਤਿਤ ਹੈ, ਕਿਉਂਕਿ ਇਹ ਦੱਖਣੀ ਚੀਨ ਸਾਗਰ 'ਚ ਚੀਨ ਦੇ ਏਕਾਧਿਕਾਰ ਨੂੰ ਤੋੜਨ ਲਈ ਹੀ ਬਣਾਇਆ ਗਿਆ ਹੈ। ਡੰਡੀ। ਹਾਲਾਂਕਿ ਕਰੋਨਾ ਲਈ ਚੀਨ ਹੀ ਜ਼ਿੰਮੇਵਾਰ ਰਿਹਾ ਹੈ। ਡੰਡੀ। ਪਰ ਇੱਥੇ ਮੁੱਖ ਵਜ੍ਹਾ ਇੰਡੋ-ਪੈਸਿਫਿਕ ਤੋਂ ਹੈ। ਡੰਡੀ। ਭਾਰਤ ਨੇ 2 ਵੈਕਸੀਨਾਂ ਦਾ ਨਿਰਮਾਣ ਕੀਤਾ, ਜਿਸ 'ਚ ਇੱਕ ਕੋਵਿਡਸ਼ੀਲਡ ਤਾਂ ਦੂਜੀ ਕੋਵੈਕਸੀਨ ਹੈ। ਡੰਡੀ। ਇਸ ਦਾ ਅਸਰ ਵੀ 80% ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ। ਡੰਡੀ। ਪਰ 130 ਕਰੋੜ ਤੋਂ ਜ਼ਿਆਦਾ ਦੀ ਆਬਾਦੀ 'ਚ ਸਾਰਿਆਂ ਤੱਕ ਪਹੁੰਚ ਕੇ ਬਹੁਤ ਸਮਾਂ ਲੱਗ ਰਿਹਾ ਹੈ। ਡੰਡੀ। ਫਿਲਹਾਲ 2.5 ਕਰੋੜ ਤੋਂ ਜ਼ਿਆਦਾ ਟੀਕਾਕਰਨ ਹੋ ਚੁੱਕਿਆ ਹੈ। ਡੰਡੀ। ਉੱਥੇ ਅਮਰੀਕਾ 'ਚ ਅੰਕੜਾ 6 ਕਰੋੜ ਤੋਂ ਜ਼ਿਆਦਾ ਦਾ ਹੈ। ਡੰਡੀ। ਅਫਰੀਕੀ ਮਹਾਂਦੀਪ ਦੇ 45 ਦੇਸ਼ਾਂ 'ਚ 17 ਦੇਸ਼ ਰੈੱਡ ਜ਼ੋਨ 'ਚ ਹਨ ਅਤੇ ਇੱਥੇ ਵੀ ਕਰੋਨਾ ਦੀ ਦੂਜੀ ਲਹਿਰ ਚਪੇਟ 'ਚ ਲਏ ਹੋਏ ਹੈ। ਡੰਡੀ। ਭਾਰਤ ਗਵਾਂਢੀ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ਨੂੰ ਵੈਕਸੀਨ ਵੰਡ ਵੀ ਰਿਹਾ ਹੈ ਅਤੇ ਵੇਚ ਵੀ ਰਿਹਾ ਹੈ। ਡੰਡੀ। ਸੰਭਵ ਹੈ ਕਿ ਕਵਾਡ ਦੇ ਚੱਲਦਿਆਂ ਇਸ 'ਚ ਹੋਰ ਤੇਜ਼ੀ ਆਵੇਗੀ। ਡੰਡੀ। ਜਿਸ ਰਾਹ 'ਤੇ ਮਨੁੱਖੀ ਸਭਿਅਤਾ ਖੜ੍ਹੀ ਹੈ, ਹੁਣ ਉੱਥੋਂ ਸਿਰਫ ਸਿਹਤ ਦਾ ਰਸਤਾ ਹੋਣਾ ਚਾਹੀਦਾ ਹੈ। ਡੰਡੀ। ਜੇਕਰ ਸਮਾਂ ਰਹਿੰਦੇ ਕੋਵਿਡ-19  'ਤੇ ਕਾਬੂ ਨਾ ਪਾਇਆ ਤਾਂ ਮਨੁੱਖੀ ਸਭਿਅਤਾ ਨੂੰ ਬਚਾਉਣਾ ਨਾ ਸਿਰਫ ਚੁਣੌਤੀ ਹੋਵੇਗੀ, ਸਗੋਂ ਅਣਬੁੱਝ ਬੁਝਾਰਤ ਹੋ ਸਕਦੀ ਹੈ। ਡੰਡੀ। ਪਹਿਲਾਂ ਕਿਹਾ ਜਾਂਦਾ ਸੀ ਕਿ ਟੀਕਾ ਆਉਣ 'ਤੇ ਸਭ ਠੀਕ ਹੋ ਜਾਵੇਗਾ, ਹੁਣ ਤਾਂ ਟੀਕਾ ਵੀ ਆ ਗਿਆ। ਡੰਡੀ। ਇਹ ਗੱਲ ਹੋਰ ਹੈ ਕਿ ਟੀਕਾਕਰਨ ਸਾਰਿਆਂ ਤੱਕ ਨਹੀਂ ਪਹੁੰਚਿਆ। ਡੰਡੀ। ਜਿਸ ਤਰ੍ਹਾਂ ਕਰੋਨਾ ਆਪਣਾ ਰੂਪ ਬਦਲ ਰਿਹਾ ਹੈ ਅਤੇ ਨਵਾਂ ਸਟ੍ਰੇਨ ਜੋ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਹੈ, ਅਜਿਹੇ 'ਚ ਚੌਕਸੀ ਵਧਾਉਣਾ ਜ਼ਰੂਰੀ ਹੋ ਜਾਂਦਾ ਹੈ। ਡੰਡੀ। ਫਿਲਹਾਲ ਦੇਸ਼ 'ਚ ਨਵੇਂ ਮਾਮਲਿਆਂ ਦਾ ਹੜ੍ਹ ਤਾਂ ਆ ਗਿਆ ਹੈ। ਕੋਈ ਵੀ ਮੌਸਮ ਹੋਵੇ, ਵਾਇਰਸ 'ਤੇ ਅਸਰ ਤਾਂ ਨਹੀਂ ਹੈ। ਡੰਡੀ। ਸਾਰੇ ਮੌਸਮ ਨੂੰ ਟਿੱਚ
ਜਾਣਨ ਵਾਲਾ ਕੋਵਿਡ-19 ਮਨੁੱਖੀ ਸਭਿਅਤਾ ਲਈ ਇੱਕ ਅਜਿਹੀ ਚੁਣੌਤੀ ਬਣ ਗਿਆ ਹੈ ਜਿਸ 'ਤੇ ਪਾਰ ਪਾਉਣਾ ਇੰਨਾ ਸੌਖਾ ਨਹੀਂ ਲੱਗਦਾ। ਡੰਡੀ ਫਿਲਹਾਲ ਇਹ ਉਮੀਦ ਲਾਜ਼ਮੀ ਹੈ ਕਿ ਇੱਕ ਦਿਨ ਤਾਂ ਇਸ ਨਾਲ ਨਜਿੱਠ ਲਵਾਂਗੇ, ਪਰ ਇਸ ਸੱਚਾਈ ਤੋਂ ਤਾਂ ਇਨਕਾਰ ਨਹੀਂ ਕਰ ਸਕਦੇ ਕਿ ਮੌਕਾ ਵੀ ਅਸੀਂ ਹੀ ਦੇ ਰਹੇ ਹਾਂ। ਡੰਡੀ।